ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਾ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਮੈਂ ਰਾਜਕਰਮਜੀਤ ਸਿੰਘ ਜੁੜ ਚੁੱਕੇ ਨੇ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 4 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਹੈਲਥ ਇੰਸ਼ੋਰੈਂਸ ਕਰਵਾਉਣ ਦੇ ਲਈ, ਮੈਡੀਕੇਅਰ ਦੇ ਲਈ ਅਪਲਾਈ ਕਰਨ ਦੇ ਲਈ, ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਲਈ ਕਾਲ 4082722500। ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਤੂਰ, ਸੁਰਜੀਤ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋਨ ਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੈਲੀਫੋਰਨੀਆ ਦਾ ਹਾਈਵੇ 1 ਜੋ ਇੱਕ ਬੜਾ ਸੀਨਿਕ ਹਾਈਵੇ ਹੈਗਾ ਆ, ਸੈਨ ਫਰਾਂਸਿਸਕੋ ਇਸ ਸਾਈਡ ਤੋਂ ਜਾ ਕੇ ਤੇ LA ਨੂੰ ਜਾਂਦਾ ਹੈਗਾ। ਬਹੁਤ ਸਾਰੇ ਲੋਕ ਇਸ ਹਾਈਵੇ ਤੇ ਜਾਂਦੇ ਆ। ਬਿਗ ਸਰ ਦੇ ਲਾਗੇ ਇਸ ਵਾਰੀ ਇਸ ਨੂੰ ਫਿਰ ਬੰਦ ਕਰ ਦਿੱਤਾ ਗਿਆ ਕੁਝ ਘੰਟੇ ਪਹਿਲਾਂ। ਤੇ 2 ਲੇਨਾਂ ਜਿਹੜੀਆਂ ਸੀ ਉਹਨਾਂ ਚੋਂ ਇੱਕ ਲੇਨ ਮੀਂਹ ਦੇ ਨਾਲ ਇਹਨਾਂ ਦੀ ਕਲੈਪਸ ਕਰ ਗਈ ਸੀ। ਕੁਝ ਦਿਨ ਪਹਿਲਾਂ ਵੀ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ ਤੇ ਅੱਜ ਫਿਰ ਹੁਣ ਕੁਝ ਘੰਟੇ ਪਹਿਲਾਂ ਦੀ ਖਬਰ ਆ ਰਹੀ ਹੈ ਕੈਲੀਫੋਰਨੀਆ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਵੱਲੋਂ ਕਿ ਇਸ ਨੂੰ ਸ਼ਟ ਡਾਊਨ ਕੀਤਾ ਗਿਆ ਹੈਗਾ। ਸੋ ਜਿੰਨੇ ਵੀ ਸਰੋਤੇ ਸਾਡੇ ਸੁਣ ਰਹੇ ਆ, ਜੇ ਕਿਸੇ ਨੇ ਬਿਗ ਸਰ ਵਾਲੀ ਸਾਈਡ ਤੋਂ 1 ਦੇ ਉੱਤੇ ਜਾਣਾ ਆ ਤੇ ਉਹ ਮੇਕ ਸ਼ੋਰ ਕਰ ਲੈਣ, ਕਿਉਂਕਿ ਇਸ ਨੂੰ ਹੁਣ ਜਿਹੜੀ ਕੈਲਟ੍ਰੇਨ ਆ ਉਹਨਾਂ ਦੇ ਮੁਤਾਬਕ ਬੰਦ ਕਰ ਦਿੱਤਾ ਗਿਆ ਹੈ ਜੀ। ਅਗਲੀ ਗੱਲ ਕਰਦੇ ਜਾਈਏ ਤਾਂ ਜਿੱਥੇ ਕਿਤੇ ਵੀ ਕੈਸ਼ ਰੱਖਿਆ ਜਾ ਰਿਹਾ ਸੀ ਕੈਲੀਫੋਰਨੀਆ ਦੀ ਇੱਕ ਫੈਸਿਲਿਟੀ ਦੇ ਵਿੱਚ, ਉੱਥੇ ਚੋਰਾਂ ਨੇ ਦਾ ਲਾ ਲਿਆ। ਦਾ ਵੀ ਕੋਈ ਛੋਟਾ ਮੋਟਾ ਨਹੀਂ ਲਾਇਆ, ਕਹਿੰਦੇ ਲੱਖਾਂ ਹੀ ਡਾਲਰ ਉੱਥੋਂ ਚੋਰੀ ਕਰਕੇ ਲੈ ਗਏ ਆ। $30 ਮਿਲੀਅਨ ਕਹਿੰਦੇ ਵੀ ਚੋਰੀ ਕਰਨ ਦੇ ਵਿੱਚ ਇਹ ਕਾਮਯਾਬ ਰਹੇ ਨੇ। ਈਸਟਰ ਸੰਡੇ ਵਾਲੇ ਦਿਨ ਇਹ ਰੋਬਰੀ ਵਾਪਰਦੀ ਆ ਗਾਰਡਾ ਵਰਲਡ ਫੈਸਿਲਿਟੀ ਦੇ ਵਿੱਚ, ਜਿਹੜੀ ਕਿ ਲਾਸ ਐਂਜਲਸ ਦੀ ਸੈਨ ਫਰਨੈਂਡੋ ਵੈਲੀ ਦੇ ਵਿੱਚ ਆ, ਰੌਕਸਫੋਰਡ ਸਟਰੀਟ ਸਿਲਮਰ ਦੇ ਵਿੱਚ। ਸੋ ਕਹਿੰਦੇ ਵੀ ਬਰਗਲਰਸ ਆ, ਉਹਨਾਂ ਨੇ ਬਿਲਡਿੰਗ ਨੂੰ ਭੰਨ ਕੇ ਸੇਧ ਲਾ ਕੇ ਅੰਦਰ ਬੜੇ ਸੰਨ ਲਾ ਕੇ, ਫਿਰ ਉਸ ਤੋਂ ਬਾਅਦ ਦੇ ਵਿੱਚ ਜਿੱਥੇ ਮਨੀ ਉਹਨਾਂ ਨੇ ਸਟੋਰ ਕਰਕੇ ਰੱਖੀ ਹੁੰਦੀ ਆ, $30 ਮਿਲੀਅਨ ਕਹਿੰਦੇ ਉੱਥੋਂ ਚੱਕ ਕੇ ਜਿਹੜਾ ਉਹ ਲੈ ਗਏ ਹੈਗੇ ਆ। ਸੋ ਹੁਣ ਭਾਜਣਾ ਪਈਆਂ ਆ ਵੀ ਇਹ ਕਿੱਦਾਂ ਇਹਨਾਂ ਨੂੰ ਐਡੀ ਵੱਡੀ ਜਿਹੜੀ ਚੋਰੀ ਕਰਨ ਦੇ ਵਿੱਚ ਕਾਮਯਾਬੀ ਮਿਲੀ ਆ। LAPD ਤੇ FBI ਦੋਨੋਂ ਜਾਣੇ ਮਿਲ ਕੇ ਇਹ ਸਾਂਝੇ ਤੌਰ ਦੇ ਉੱਤੇ ਇਸ ਦੀ ਇਨਵੈਸਟੀਗੇਸ਼ਨ ਕਰ ਰਹੀ ਆ। ਗਾਰਡਾ ਦੇ ਤੁਸੀਂ ਟਰੱਕ ਅਕਸਰ ਆਮ ਦੇਖੇ ਹੋਣੇ ਆ, ਜਿਹੜੇ ਕਿ ਜਾਂਦੇ ਆ ਜਿਨ੍ਹਾਂ ਵਿੱਚ ਕੈਸ਼ ਅਕਸਰ ਲਿਜਾਇਆ ਜਾਂਦਾ ਆ। ਆਰਮਡ ਟਰੱਕ ਹੁੰਦੇ ਆ, ਜਿਹੜੇ ਆਰਮਰਡ ਟਰੱਕ ਹੁੰਦੇ ਆ, ਆਰਮਡ ਗਾਰਡਸ ਉਹਨਾਂ ਦੇ ਵਿੱਚ ਨਾਲ ਹੁੰਦੇ ਆ। ਫੋਰਚੂਨ 500 ਕਾਰਪੋਰੇਸ਼ਨ ਗਵਰਨਮੈਂਟਸ ਦੇ ਨਾਲ ਇਹ ਕੰਮ ਜਿਹੜਾ ਉਹ ਕਰਦੇ ਆ। ਇੱਕ ਬਹੁਤ ਲੰਮੇ ਸਮੇਂ ਤੋਂ ਸਿਕਿਉਰਿਟੀ ਪਾਰਟਨਰ ਆਫ ਚੋਇਸ ਮੰਨਿਆ ਜਾ ਰਿਹਾ ਹੈ ਬਹੁਤ ਸਾਰੀਆਂ ਜਿਹੜੀਆਂ ਇਹ ਕੰਪਨੀਆਂ ਦਾ। 425 ਇਹਨਾਂ ਦੀਆਂ ਕੁੱਲ ਬ੍ਰਾਂਚਾਂ ਆ 45 ਕੰਟਰੀਜ਼ ਦੇ ਵਿੱਚ, ਤੇ $30 ਮਿਲੀਅਨ ਦੀ ਹੁਣ ਜਿਹੜੀ ਚੋਰੀ ਹੋਈ ਆ ਇਸ ਦੀ ਹੁਣ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਮਲਟੀ ਮਿਲੀਅਨ ਡਾਲਰ ਥੈਫਟ ਹੋਇਆ ਸੀ ਬ੍ਰਿੰਕ ਟ੍ਰੇਲਰ, ਜਿਹੜੇ ਟਰੈਕਟਰ ਟ੍ਰੇਲਰ ਦੇ ਵਿੱਚੋਂ ਜਿੱਥੇ ਜਿਊਲਰੀ ਤੇ ਜੈਮਸਟੋਨਸ ਆ ਉਹ ਚੋਰੀ ਕੀਤੇ ਗਏ ਸੀ। ਉਸ ਟਾਈਮ ਦੇ ਉੱਤੇ ਤਾਂ ਉਸ ਜਿਹੜਾ ਟਰੱਕ ਦਾ ਚਾਲਕ ਆ ਉਹ ਸੌਂ ਰਿਹਾ ਸੀਗਾ, ਤੇ ਹੁਣ ਕਹਿੰਦੇ ਵੀ ਇਹ $30 ਮਿਲੀਅਨ ਦੀ ਇੱਕ ਕਾਫੀ ਵੱਡੀ ਜਿਹੜੀ ਚੋਰੀ ਆ ਕੈਲੀਫੋਰਨੀਆ ਦੇ ਇਤਿਹਾਸ ਵਿੱਚ
ਇੱਥੇ ਵਾਪਰੀ ਆ। ਜੀ ਬਿਲਕੁਲ ਲਾਸ ਐਂਜਲਸ ਦੇ ਵਿੱਚ ਪਹਿਲੀ ਏਡੀ ਵੱਡੀ ਜਿਹੜੀ ਆ ਚੋਰੀ ਹੋਈ ਹੈ ਜਿੱਥੇ ਕੈਸ਼ ਰੱਖਿਆ ਜਾਂਦਾ ਵੱਖ-ਵੱਖ ਬਿਜ਼ਨੈਸਸ ਤੋਂ ਬੈਂਕਾਂ ਤੋਂ ਜਿਹੜੀਆਂ ਇਹ ਆਰਮਡ ਵਹੀਕਲ ਲੈ ਕੇ ਜਾਂਦੀਆਂ। ਸੋ FBI ਇਹ ਕਹਿ ਰਹੀ ਆ ਵੀ ਲੁੱਕ ਲਾਈਕ ਇਨਸਾਈਡ ਜੌਬ ਹੈਗੀ ਆ, ਕਿਸੇ ਨੂੰ ਇਨਫੋਰਮੇਸ਼ਨ ਸੀਗੀ ਬਿਲਕੁਲ। ਕਿਸ ਤਰ੍ਹਾਂ ਬਿਲਡਿੰਗ ਦੇ ਵਿੱਚ ਐਂਟਰ ਹੋਣਾ, ਕਿਉਂਕਿ ਅਲਾਰਮ ਚੱਲੇ ਨਹੀਂ ਹੈਗੇ। ਤੇ ਲਾਸ ਐਂਜਲਸ ਟਾਈਮ ਨੇ ਇਹ ਕਿਹਾ ਵੀ ਇਸ ਤੋਂ ਪਹਿਲਾਂ ਇਸ $30 ਮਿਲੀਅਨ ਦੀ ਚੋਰੀ ਤੋਂ ਪਹਿਲਾਂ ਸਤੰਬਰ 12 2097 ਚ ਇੱਕ ਬਹੁਤ ਵੱਡੀ ਚੋਰੀ ਹੋਈ ਸੀ। ਡਨਵਰ ਆਰਮਡ ਇਨਕਾਰਪੋਰੇਸ਼ਨ ਦੀ ਜੋ ਫੈਸਿਲਿਟੀ ਆ ਉਹ ਵੀ ਲਾਸ ਐਂਜਲਸ ਚ, ਉਹਦਾ $18.9 ਮਿਲੀਅਨ ਜਿਹੜਾ ਕੈਸ਼ ਆ ਉਹ ਚੱਕ ਕੇ ਲੈ ਗਏ ਸੀ। ਸੋ ਇਹ ਸਾਰਾ ਕੁਝ ਈਸਟਰ ਵਾਲੇ ਜਿਹੜਾ ਸੰਡੇ ਆ ਐਤਵਾਰ ਨੂੰ ਉਹ ਵਾਪਰਿਆ ਆ। ਤੇ ਪੂਰੀ ਜਿਹੜੀ ਆ FBI ਇਨਵੋਲਵ ਹੈਗੀ ਆ, ਲਾਸ ਐਂਜਲਸ ਦੀ ਪੁਲਿਸ ਡਿਪਾਰਟਮੈਂਟ ਆ। ਤੇ $30 ਮਿਲੀਅਨ ਕੈਸ਼ ਬਹੁਤ ਹੁੰਦਾ। ਹੁਣ ਇਹ ਪਤਾ ਨਹੀਂ ਕਿੱਦਾਂ ਉਹ ਲੱਦ ਕੇ ਲਗਾਏ ਆ, ਜਿਹੜੀ ਵੈਨ ਦੇ ਵਿੱਚ ਲਗਾਏ, ਟਰੱਕ ਚ ਲਗਾਏ ਆ। ਸੋ ਬਿਲਕੁਲ ਇਹ ਕੈਨੇਡਾ ਦੀ ਕੰਪਨੀ ਆ, ਬੇਸਡ ਜਿਹੜੀ ਗਾਰਡਾ ਵਾਲੇ ਸੌਰੀ, ਤੇ ਉਹਨਾਂ ਨੇ ਅਜੇ ਤੱਕ ਕੋਈ ਕਮੈਂਟ ਨਹੀਂ ਕੀਤਾ। ਐਤਵਾਰ ਚੋਰੀ ਹੋਈ ਹੈ, ਜਿੱਦਾਂ ਤੁਸੀਂ ਦੱਸਿਆ ਵੀ ਕੋਈ ਵੀ ਉੱਥੇ ਸੈਂਸਰ ਨਹੀਂ ਚੱਲਿਆ, ਕੋਈ ਅਲਾਰਮ ਨਹੀਂ ਚੱਲਿਆ। ਸੋਮਵਾਰ ਨੂੰ ਜਦੋਂ ਉਹਨਾਂ ਨੇ ਦਰਵਾਜ਼ੇ ਖੋਲੇ ਤਾਂ ਦੇਖਿਆ ਵੀ ਸਾਈਡ ਵਾਲੇ ਪਾਸੇ ਤਾਂ ਇੱਕ ਕੰਧ ਉਹਦਾ ਪਾਟੀ ਪਈ ਆ, ਮਘੋਰਾ ਹੋਇਆ ਆ। ਉਹ ਉੱਥੇ ਹੈਲੀਕਾਪਟਰ ਤੋਂ ਉਸਦੇ ਜਿਹੜੇ ਫੋਟੋ ਆ ਉਹ ਲੈ ਲਈ ਗਈ ਆ। ਕਹਿੰਦੇ ਵੀ ਇਹ ਜਿਹੜੇ ਕ੍ਰਾਈਮ ਬੜਾ ਫਲਾਲੈਸ ਕ੍ਰਾਈਮ ਕੀਤਾ ਗਿਆ, ਵੈਲ ਥਾਟ ਆਊਟ ਜੌਬ ਆ, ਪ੍ਰੋਫੈਸ਼ਨਲ ਕਰੂ ਦੇ ਦੁਆਰਾ ਇਸ ਟਾਈਮ ਕੀਤਾ ਗਿਆ ਹੈਗਾ। ਸੋ FBI ਦੇ ਸਪੋਕਸਵੂਮਨ ਨੇ ਕੱਲ ਜਿਹੜਾ ਇਹ ਕਨਫਰਮ ਕੀਤਾ ਸੀਗਾ ਵੀ ਇਸ ਦੀ ਜਿਹੜੀ ਇਨਵੈਸਟੀਗੇਸ਼ਨ ਆ ਅਸੀਂ ਕਰ ਰਹੇ ਹੈਗੇ ਆ। ਸੋ ਕਾਫੀ ਇੱਕ ਵੱਡੀ ਜਿਹੜੀ ਆ ਉਹ ਚੋਰੀ ਜਿਹੜੀ ਇਹ ਵਾਪਰੀ ਆ। ਜਿਹੜੀਆਂ ਇੱਦਾਂ ਦੀਆਂ ਹੇਸਟ ਕਿਤੇ ਕਿਤੇ ਜਿਹੜੀਆਂ ਉਹ ਵਾਪਰਦੀਆਂ ਜਿਹੜੀਆਂ ਉਹ ਰਹਿੰਦੀਆਂ ਆ, ਪਰ ਇਹ ਇਸ ਨੇ ਹਰ ਇੱਕ ਨੂੰ ਜਿਹੜਾ ਹੁਣ ਹਿਲਾ ਕੇ ਰੱਖ ਦਿੱਤਾ ਆ। ਸੋ ਡੈਫੀਨੇਟਲੀ ਇਨਸਾਈਡ ਜੌਬ ਦੀ ਜਿਹੜੀ ਇਸ ਚੋਂ ਬਦਬੂ ਆ ਰਹੀ ਆ। ਜੀ ਅਗਲੀ ਖਬਰ ਵੀ ਲਾਸ ਐਂਜਲਸ ਤੋਂ ਆ ਰਹੀ ਆ। ਬਹੁਤ ਵਾਰ ਕੀ ਹੁੰਦਾ ਵੀ ਤੁਹਾਡਾ ਕਿਤੇ ਨੇਬਰ ਜੇ ਨਿਕੰਮਾ ਟੱਕਰ ਜਾਵੇ ਤੇ ਉਹਦੇ ਨਾਲ ਤੁਸੀਂ ਫਾਈਟ ਵੀ ਨਹੀਂ ਕਰ ਸਕਦੇ। ਬਹੁਤ ਵਾਰ ਆਪਾਂ ਇਨਸੀਡੈਂਟਸ ਦੇਖਦੇ ਰਹਿੰਦੇ ਆ। ਲਾਸ ਐਂਜਲਸ ਦੇ ਵਿੱਚ ਇੱਕ ਘਰ ਨੂੰ ਟਰੈਸ਼ ਹਾਊਸ ਦੇ ਨਾਮ ਨਾਲ ਜਾਣਿਆ ਜਾਂਦਾ ਆ। 10 ਸਾਲਾਂ ਤੋਂ ਇਹ ਜਿਹੜੇ ਭਾਈ ਸਾਹਿਬ ਜਿਹੜੇ ਇਸ ਨੂੰ ਓਨ ਕਰਦੇ ਆ, ਉਹਨਾਂ ਨੇ ਕਹਿੰਦੇ ਭਈ ਕਈ ਫੁੱਟ ਉੱਚਾ ਬੈਗ ਜਿਹੜਾ ਆ ਗਾਰਬੇਜ ਦਾ ਉਹ ਆਪਣੇ ਘਰ ਦੇ ਅੱਗੇ ਵੀ ਤੇ ਘਰ ਦੇ ਪਿੱਛੇ ਰੱਖਿਆ ਹੋਇਆ ਆ। ਜੋ ਗੁਆਂਢੀ ਆ ਉਹ ਕਹਿੰਦੇ ਅਸੀਂ ਕੰਪਲੇਨਾਂ ਕਰ ਥੱਕ ਗਏ, ਕਿਸੇ ਨੂੰ ਕਿਸੇ ਦਾ ਜਿਹੜਾ ਅਸਰ ਨਹੀਂ ਹੋਇਆ। ਹੁਣ ਅਲਟੀਮੇਟਲੀ ਲਾਸ ਐਂਜਲਸ ਦੀ ਮੇਅਰ ਕੈਰਨ ਬਾਸ ਉਹਨੂੰ ਜਦੋਂ ਪਤਾ ਚੱਲਿਆ ਤੇ ਉਸਨੇ ਹੁਣ ਕਿਹਾ ਵੀ ਇਹ ਜਿਹੜਾ ਸਪੈਨਿਸ਼ ਸਟਾਈਲ ਬੰਗਲੋ ਹੈਗਾ ਆ ਫੇਅਰਫੈਕਸ ਡਿਸਟ੍ਰਿਕਟ ਦੇ ਵਿੱਚ, ਜਿਸ ਨੂੰ ਟਰੈਸ਼ ਹਾਊਸ ਕਰਕੇ ਜਾਣਿਆ ਜਾਂਦਾ ਆ, ਵੀ ਇਸ ਨੂੰ ਇਮੀਡੀਏਟਲੀ ਜਿਹੜੀ ਟਰੈਸ਼ ਆ ਉੱਥੇ ਜਿਹੜੇ ਵਾਈਟ ਗਾਰਬੇਜ ਬੈਗਸ ਆ ਹੋਰ ਬਹੁਤ ਗੰਦਮੰਦ ਆ, ਉਸ ਨੂੰ ਇਮੀਡੀਏਟਲੀ ਕਲੀਨ ਅਪ ਕੀਤਾ ਜਾਵੇ, ਕਿਉਂਕਿ ਇਹ ਫਾਇਰ ਹੈਜ਼ਰਡ ਆ, ਹੈਲਥ ਹੈਜ਼ਰਡ ਆ। ਇਹਦੇ ਨਾਲ ਅੱਗ ਲੱਗ ਸਕਦੀ ਆ ਤੇ ਉਹ ਘਰ ਦਾ ਮਾਲਕ ਜਿਹੜਾ ਆ ਉਸ ਦੀ ਜਾਨ ਵੀ ਜਾ ਸਕਦੀ ਤੇ ਗੁਆਂਢੀਆਂ ਦੀ ਵੀ ਜਾ ਸਕਦੀ ਹੈਗੀ ਆ। ਡਿਪਾਰਟਮੈਂਟ ਆਫ ਬਿਲਡਿੰਗ ਤੇ ਸੇਫਟੀ ਵਾਲਿਆਂ ਨੇ ਦਰਜਨ ਤੋਂ ਵੱਧ ਕੰਪਲੇਨਸ ਇਹਦੀਆਂ ਪ੍ਰਾਪਰਟੀ ਦੀਆਂ ਉਹਨਾਂ ਨੂੰ ਮਿਲੀਆਂ ਸੀਗੀਆਂ, ਪਰ ਉਹਨਾਂ ਨੇ ਕੁਝ ਨਹੀਂ ਕੀਤਾ। ਪਰ ਹੁਣ ਜਦੋਂ ਮੇਅਰ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਸਾਰਾ ਕੁਝ ਦੱਸਿਆ ਆ ਤੇ ਹੁਣ ਰੈੱਡ ਟੈਗ ਵੀ ਉਹ ਘਰ ਦੇ ਆਲੇ ਦੁਆਲੇ ਲਾਇਆ ਗਿਆ ਆ। ਤੇ ਜਿਹੜੇ ਨੇਬਰਸ ਆ, ਇੱਕ ਮਿਰੀਅਮ ਕੋਸਵਰਡ ਕਰਕੇ ਆ, ਉਹ ਕਹਿੰਦੀ ਵੀ ਮੇਰੀ ਪ੍ਰਾਪਰਟੀ ਬਿਲਕੁਲ ਇਸ ਘਰ ਦੇ ਪਿੱਛੇ ਆ, ਤੇ ਕਹਿੰਦੀ ਬਈ ਇੱਥੇ ਪੂਰਾ ਜਿੱਦਾਂ ਡੰਪ ਗਰਾਊਂਡ ਆ ਉਹ ਬਣਿਆ ਹੁੰਦਾ, ਬਹੁਤ ਫਿਲਥੀ ਹੈਗਾ। ਜਿਹੜਾ ਮੁਸ਼ਕ ਆ ਉੱਥੇ ਬਹੁਤ ਆਉਂਦਾ ਆ, ਐਨੀਮਲਸ ਬਹੁਤ ਜ਼ਿਆਦਾ ਰੱਖੇ ਹੋ ਆ, ਕੁੱਤੇ ਬਿੱਲੀਆਂ, ਮੋਸਕੀਟੋਸ, ਮੱਛਰ ਬਹੁਤ ਆ। ਤੇ ਪਤਾ ਨਹੀਂ, ਤੁਸੀਂ ਦੇਖੋ ਵੀ ਕਈ ਵਾਰੀ ਤਾਂ ਜੇ ਥੋੜੀ ਜਿਹੀ ਵੀ ਕਿਤੇ ਚੀਜ਼ ਹੋਵੇ ਸਿਟੀ ਵਾਲੇ ਝੱਟ ਤੁਹਾਨੂੰ ਫਾਈਨ ਕਰ ਜਾਂਦੇ ਆ। ਤੇ ਇਹ 2018 ਤੋਂ ਕਹਿੰਦੇ ਇਹ ਬਿਲਡ ਅਪ ਇਦਾਂ ਹੋ ਰਿਹਾ ਸੀ। ਸੋ ਦੇਖ ਲਓ, ਕਮਾਲ ਕੀਤੀ ਪਈ ਆ। ਬ੍ਰੇਕਿੰਗ ਨਿਊਜ਼ ਆ ਰਹੀ ਆ, 99 ਸੈਂਟਸ ਓਨਲੀ ਸਟੋਰ ਉਹ ਆਪਣੇ ਸਾਰੀਆਂ 371 ਜਿਹੜੇ ਸਟੋਰਸ ਆ ਉਹ ਬੰਦ ਕਰਨ ਜਾ ਰਹੇ ਹੈਗੇ। 4 ਦਹਾਕੇ ਤੱਕ ਇਹ ਆਪਰੇਸ਼ਨਸ ਦੇ ਵਿੱਚ ਰਹੇ ਆ ਤੇ ਆਪਣਾ ਬਿਜ਼ਨਸ ਹੁਣ ਵਾਈਂਡ ਡਾਊਨ ਕਰ ਰਹੇ ਆ। ਚੀਫ ਐਗਜ਼ੈਕਟਿਵ ਮਾਈਕ ਸਿਮੋਨਿਕ ਉਹਨਾਂ ਨੇ ਕਿਹਾ ਵੀ ਇਸ ਟਾਈਮ ਇਹ ਬੜਾ ਔਖਾ ਫੈਸਲਾ ਅਸੀਂ ਲਿਆ ਆ, ਤੇ ਪਰ ਇਹ ਹੁਣ ਸਾਨੂੰ ਇਵੈਂਚੁਅਲੀ ਇਹ ਜਿਹੜਾ ਫੈਸਲਾ ਲੈਣਾ ਹੀ ਪੈ ਰਿਹਾ ਆ, ਕਿਉਂਕਿ ਰੀਟੇਲ ਇਨਵਾਇਰਮੈਂਟ ਦੇ ਵਿੱਚ ਜੋ ਚੈਲੰਜਸ ਆ ਉਸ ਦਾ ਪ੍ਰਭਾਵ ਸਾਡੇ ਉੱਤੇ ਬਹੁਤ ਭੈੜਾ ਪਿਆ ਆ। ਉਹਨਾਂ ਨੇ COVID-19 ਪੈਂਡੈਮਿਕ, ਉਸ ਤੋਂ ਬਾਅਦ ਕੰਜ਼ਿਊਮਰ ਡਿਮਾਂਡ, ਇਨਫਲੇਸ਼ਨ ਦਾ ਪ੍ਰੈਸ਼ਰ, ਤੇ ਹੋਰ ਕਈ ਜਿਹੜੀਆਂ ਚੀਜ਼ਾਂ ਆ, ਸ਼ਾਪਲਿਫਟਿੰਗ, ਇੰਪਲੋਈ ਥੈਫਟ,
ਐਡਮਿਨਿਸਟ੍ਰੇਟਿਵ ਐਰਰਸ, ਲਾਸ ਆਫ ਇਨਵੈਂਟੋਰੀ, ਇਹ ਸਾਰੀਆਂ ਚੀਜ਼ਾਂ ਨੂੰ ਗਿਣਾ ਕੇ ਕਿਹਾ ਵੀ ਸਾਡੇ ਹੁਣ ਹੱਥ ਪੂਰੀ ਤਰ੍ਹਾਂ ਖੜੇ ਹੋ ਚੁੱਕੇ ਆ। 99 ਸੈਂਟਸ ਓਨਲੀ ਜਿਹੜੇ ਸਟੋਰ ਆ, ਇਹ ਕੈਲੀਫੋਰਨੀਆ, ਐਰੀਜ਼ੋਨਾ, ਨਵਾਡਾ ਤੇ ਟੈਕਸਸ ਦੇ ਵਿੱਚ ਆ। 14,000 ਇਹਨਾਂ ਦੇ EMPLOYEE ਆ। ਇਹ ਪ੍ਰਾਈਵੇਟਲੀ ਹੈਲਡ ਕੰਪਨੀ ਸੀ। ਇਹਨਾਂ ਨੇ ਆਲਰੇਡੀ ਇੱਕ ਐਗਰੀਮੈਂਟ ਆ ਹਿਲਕੋ ਗਲੋਬਲ ਦੇ ਨਾਲ ਕਰ ਲਿਆ ਹੈ। ਆਪਣੇ ਸਾਰਾ ਜਿਹੜਾ ਮਰਚੈਂਡਾਈਜ਼, ਫਿਕਸਚਰਸ, ਫਰਨਿਸ਼ਿੰਗ, ਇਕਵਿਪਮੈਂਟ ਜਿਹੜੇ ਸਟੋਰ ਦੇ ਆ, ਉਹ ਹੁਣ ਲਿਕੁਇਡੇਟ ਕਰਨ ਜਾ ਰਹੇ ਆ ਤੇ ਇਹਨਾਂ ਦੀ ਜਿਹੜੀ ਸੇਲ ਆ ਫਰਾਈਡੇ ਤੋਂ ਸ਼ੁਰੂ ਹੋਣ ਜਾ ਰਹੀ ਹੈਗੀ ਆ। ਸੋ ਬਲੂਮਬਰਗ ਨੇ ਪਿਛਲੇ ਹਫਤੇ ਰਿਪੋਰਟ ਕੀਤਾ ਸੀ ਵੀ 99 ਸੈਂਟ ਓਨਲੀ ਬੈਂਕਰਪਸੀ ਫਾਈਲ ਕਰਨ ਬਾਰੇ ਸੋਚ ਰਹੇ ਆ ਤੇ ਜਿਸ ਤੋਂ ਬਾਅਦ ਦੇ ਵਿੱਚ ਲਿਕੁਇਡਿਟੀ ਸ਼ਾਰਟਫਾਲ ਹੋ ਸਕਦੀ ਆ। ਲਾਸ ਐਂਜਲਸ ਤੋਂ ਹੀ ਇਹ ਜਿਹੜੀ ਕੰਪਨੀ ਚਾਲੂ ਹੋਈ ਸੀ। ਡੇਵਿਡ ਗੋਲਡ ਨੇ 1982 ਦੇ ਵਿੱਚ ਇਸ ਨੂੰ ਫਾਊਂਡ ਕੀਤਾ ਸੀ, ਇਸ ਨੂੰ ਬਣਾਇਆ ਸੀ ਤੇ ਸਿੰਗਲ ਪ੍ਰਾਈਸ ਰੀਟੇਲ ਕਨਸੈਪਟ ਦੀ ਇਹ ਆਪਣੇ ਪੱਧਰ ਦੀ ਪਹਿਲੀਆਂ ਜਿਹੜੀਆਂ ਇਹ ਸਟੋਰਸ ਦੇ ਵਿੱਚੋਂ ਸੀ। ਆਪਾਂ ਹੁਣ ਜਿੱਦਾਂ ਡਾਲਰ ਸਟੋਰ ਦੇਖਦੇ ਆ, ਉਹ ਸਾਰੀਆਂ ਚੀਜ਼ਾਂ ਇਹ 99 ਸੈਂਟ ਸਟੋਰ ਪਹਿਲੋਂ ਜਿਹੜੇ ਉਹ ਆਏ ਸੀਗੇ ਤੇ ਹੁਣ ਇਹ 371 ਦੇ 371 ਸਟੋਰ ਆਪਣੇ ਬੰਦ ਕਰ ਰਹੇ ਆ ਤੇ 14,000 EMPLOYEE ਆ, ਉਹਨਾਂ ਨੂੰ ਹੁਣ ਬਾਹਰ ਦਾ ਰਸਤਾ ਜਿਹੜਾ ਉਹ ਦੇਖਣਾ ਪਵੇਗਾ। ਇਨਫਲੇਸ਼ਨ ਦੇ ਨਾਲ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਓਵਰਆਲ ਜਿਹੜਾ ਆ ਇਹ ਕੰਮ ਇਹਨਾਂ ਦਾ ਇੱਕ ਹਿਸਾਬ ਦੇ ਨਾਲ ਹੁਣ ਡੈਡ ਜਿਹੜਾ ਉਹ ਹੋ ਗਿਆ ਆ। 3 ਸਾਲਾਂ ਦੇ ਵਿੱਚ ਕੰਪਨੀ ਨੇ ਜਦੋਂ ਪਹਿਲਾਂ ਅਨਾਉਂਸ ਕੀਤਾ ਸੀ ਵੀ 1.6 ਬਿਲੀਅਨ ਡਾਲਰ ਦੇ ਵਿੱਚ ਵੈਲਿਊ ਕੀਤਾ ਸੀ, ਇਹ ਮੰਨ ਗਏ ਸੀਗੇ ਆਪਣੇ ਆਪ ਨੂੰ ਜਿਹੜਾ ਉਹ ਵੇਚਣ ਦੇ ਲਈ, ਪਰ ਹੁਣ ਇਹ ਸ਼ਟ ਡਾਊਨ ਹੋਣ ਜਾ ਰਹੇ ਹੈਗੇ ਆ। EMPLOYEES ਦੀ ਗੱਲ ਕਰਦੇ ਜਾਈਏ, ਜਦੋਂ ਹੀ 1 ਤਰੀਕ ਤੋਂ ਅਪ੍ਰੈਲ ਤੋਂ ਕੈਲੀਫੋਰਨੀਆ ਦੇ ਵਿੱਚ ਰੈਸਟੋਰੈਂਟਸ ਦੀ $20 ਮਿਨੀਮਮ ਵੇਜ ਦੀ ਗੱਲ ਹੋਈ ਹੈਗੀ ਆ। ਸਭ ਤੋਂ ਪਹਿਲਾਂ ਤਾਂ ਪੀਜ਼ਾ ਹਟ ਉਹਨਾਂ ਨੇ 1200 ਤੋਂ ਵੱਧ EMPLOYEE ਲੇ ਆਫ ਕਰਤੇ। ਹੁਣ ਧੜਾ-ਧੜ ਰੈਸਟੋਰੈਂਟ ਬੰਦ ਹੋਣੇ ਸ਼ੁਰੂ ਹੋ ਗਏ ਆ। ਬਹੁਤ ਸਾਰੇ ਜਿਹੜੇ EMPLOYEE ਉਹ ਕਹਿੰਦੇ ਅਸੀਂ ਖੁਸ਼ ਸੀਗੇ ਵੀ $20 ਮਿਨੀਮਮ ਵੇਜ ਹੋ ਜਾਣੀ ਆ, ਪਰ ਹੁਣ ਜਦੋਂ ਖਬਰਾਂ ਇਹ ਆ ਰਹੀਆਂ, ਬਹੁਤ ਸਾਰੇ ਰੈਸਟੋਰੈਂਟ ਇਮੀਡੀਏਟਲੀ ਬੰਦ ਹੋ ਰਹੇ ਆ। ਕਈ ਤਾਂ ਖੋਲਣ ਗਏ ਵਿਚਾਰੇ, ਉਹਨੇ ਦੇਖਿਆ ਵੀ ਉੱਥੇ ਸਾਈਨ ਉਹਨਾਂ ਨੇ ਲੌਕ ਚੇਂਜ ਕਰਤਾ ਸੀ ਵੀ ਅਸੀਂ ਸ਼ਟ ਡਾਊਨ ਕਰਨ ਜਾ ਰਹੇ ਹੈਗੇ ਆ। ਫੋਸਟਰ ਫਰੀਜ਼ ਲਮੂਰ ਦੇ ਵਿੱਚ ਉਹਦੇ EMPLOYEE ਜਦੋਂ ਪਹੁੰਚੇ ਸਵੇਰੇ ਮੰਡੇ ਖੋਲਣ ਉਸ ਫੋਸਟਰ ਫਰੀਜ਼ ਨੂੰ, ਤੇ ਉਹਨੇ ਦੇਖਿਆ ਵੀ ਉਹਨਾਂ ਦੇ ਲੌਕ ਚੇਂਜ ਸੀਗੇ। ਉਹਨਾਂ ਨੇ ਆਪਣੇ ਮੈਨੇਜਰ ਨੂੰ ਕਾਲ ਕੀਤੀ, ਮੈਨੇਜਰ ਨੂੰ ਵੀ ਨਹੀਂ ਪਤਾ ਸੀ। ਉਹਨੇ ਸੋਚਿਆ ਵੀ ਸ਼ਾਇਦ ਇਹ ਅਪ੍ਰੈਲ ਫੂਲ ਜੋਕ ਹੈਗਾ, ਮੰਡੇ ਨੂੰ ਅਪ੍ਰੈਲ 1 ਤਰੀਕ ਨੂੰ ਜਿਹੜਾ ਸੀਗਾ। ਤੇ ਉਸ ਤੋਂ ਬਾਅਦ ਅਲਟੀਮੇਟਲੀ ਉਹਨਾਂ ਨੇ ਦੱਸਿਆ ਵੀ ਅਸੀਂ ਉਹ ਲੋਕੇਸ਼ਨ ਜਿਹੜੀ ਆ ਉਹ ਕਲੋਜ਼ ਕਰਨ ਜਾ ਰਹੇ ਆ। ਸੋ ਜਿਹੜੇ EMPLOYEE ਉੱਥੇ ਫੁੱਲ ਟਾਈਮ ਕੰਮ ਕਰਦੇ ਸੀ ਉਹ ਸਾਰੇ ਲੇ ਆਫ ਹੋ ਗਏ ਹੈਗੇ ਆ। ਇਸੇ ਤਰ੍ਹਾਂ ਮੌਡ ਪੀਜ਼ਾ, ਉਹਨਾਂ ਨੇ 5 ਕੈਲੀਫੋਰਨੀਆ ਦੀਆਂ ਲੋਕੇਸ਼ਨਸ ਬੰਦ ਕਰ ਦਿੱਤੀਆਂ ਹੈਗੀਆਂ, ਜਿਨ੍ਹਾਂ ਦੇ ਵਿੱਚੋਂ ਇੱਕ ਕਲੋਵਿਸ ਦੇ ਵਿੱਚ ਵੀ ਹੈਗੀ ਆ। ਉਹਨਾਂ ਦੇ $16 ਸੀਗੇ ਮਿਨੀਮਮ ਵੇਜ, $20 ਚੱਲ ਗਏ। 500 ਤੋਂ ਵੱਧ USA ਤੇ ਕੈਨੇਡਾ ਦੇ ਵਿੱਚ ਮੌਡ ਪੀਜ਼ੇ ਦੀਆਂ ਲੋਕੇਸ਼ਨਾਂ ਆ, ਜਿਨ੍ਹਾਂ ਨੂੰ ਚਿਪੋਟਲੇ ਆਫ ਪੀਜ਼ਾ ਕਿਹਾ ਜਾਂਦਾ ਹੈਗਾ। ਉਹ ਕਹਿੰਦੇ ਵੀ ਕਾਰਨ ਇਹੀ ਆ ਵੀ ਜੋ ਇੰਨੇ ਜਿਹੜੇ ਮਿਨੀਮਮ ਵੇਜ ਇਨਕਰੀਜ਼ ਹੋਣ ਦੇ ਨਾਲ ਜੇ ਉਹ ਉਹਨਾਂ ਦਾ ਜਿਹੜਾ ਸਮਾਨ ਆ, ਫੂਡ ਆ, ਉਹਦੀ ਜ਼ਿਆਦਾ ਪ੍ਰਾਈਸ ਇਨਕਰੀਜ਼ ਕਰਦੇ ਆ ਤੇ ਫਿਰ ਜਿਹੜੇ ਕਸਟਮਰ ਆ ਉਹ ਚੀਕਦੇ ਹੈਗੇ ਆ। ਅਲਟੀਮੇਟਲੀ ਉਹਨਾਂ ਨੇ ਦੇਖਿਆ ਵੀ ਜਿੱਥੇ ਸਾਨੂੰ ਨਹੀਂ ਫਾਇਦਾ ਹੋਊਗਾ, ਉਹਨਾਂ ਨੇ ਉਹ ਲੋਕੇਸ਼ਨਾਂ ਬੰਦ ਕਰ ਦਿੱਤੀਆਂ ਹੈਗੀਆਂ। ਸੋ ਜਿਹੜੇ ਲੋਕ ਉੱਥੇ ਕੰਮ ਕਰਦੇ ਸੀ ਮੌਡ ਪੀਜ਼ਾ ਤੇ, ਉਹਨਾਂ ਨੂੰ $2,000 ਸੈਵਰੈਂਸ ਪੇ ਦਿੱਤਾ ਹੈ। 15 ਤੋਂ ਵੱਧ ਇਹ ਜਿਹੜੀ ਫ੍ਰਿਜ਼ਨੋ ਕਲੋਵਿਸ ਦੀ ਲੋਕੇਸ਼ਨ ਸੀਗੀ, ਉੱਥੇ EMPLOYEE ਕੰਮ ਕਰਦੇ ਸੀ, ਉਹ ਹੁਣ ਉਹਨਾਂ ਦੀ ਛੁੱਟੀ ਹੋ ਗਈ ਹੈਗੀ ਆ। ਮੈਕਡੋਨਲਡ ਦੀ ਜਿਹੜੀ ਫਰੈਂਚਾਈਜ਼ੀ ਆ, ਦਰਜਨਾਂ ਦੇ ਕਰੀਬ ਜੋ ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ ਲੋਕੇਸ਼ਨ ਉਹਨਾਂ ਦੀਆਂ ਹੈਗੀਆਂ ਆ, ਉੱਥੇ ਉਹਨਾਂ ਨੇ ਦੱਸਿਆ ਵੀ ਆਪਾਂ ਜੋ ਮਿਨੀਮਮ ਉਹਨਾਂ ਦੇ ਮੀਲ ਦੀ ਕੋਸਟ ਸੀਗੀ ਉਸ ਨੂੰ ਇਨਕਰੀਜ਼ ਕਰ ਦਿੱਤਾ ਹੈਗਾ ਆ। ਇਸੇ ਤਰ੍ਹਾਂ 버ਗਰ ਕਿੰਗ, ਉਹਨਾਂ ਨੇ ਆਪਣੇ ਬੌਪਰ ਦੀ ਪ੍ਰਾਈਸ $15.09 ਤੋਂ ਵਧਾ ਕੇ $16.99 ਕਰ ਦਿੱਤੀ ਹੈਗੀ ਆ। ਅਗਲੀ ਗੱਲ ਕਰੀਏ, ਕੈਲੀਫੋਰਨੀਆ ਦੀ ਇੱਕ ਜਿਹੜੀ ਇਲੈਕਸ਼ਨ ਆ ਉਹ ਕਹਿ ਲਓ ਵੀ ਇੱਕ ਨਵਾਂ ਮੋੜ ਇਤਿਹਾਸ ਦੇ ਵਿੱਚ ਉਹਦੇ 'ਚ ਆ ਰਿਹਾ ਆ। ਪਹਿਲੀ ਵਾਰੀ ਹੋਇਆ ਆ ਵੀ ਦੂਜੀ ਪੋਜੀਸ਼ਨ ਦੇ ਲਈ ਟਾਈ ਹੋ ਗਈ ਆ। ਕੈਲੀਫੋਰਨੀਆ ਦੀ ਇਹ ਹਾਊਸ ਦੀ ਸੀਟ ਆ, ਤਕਰੀਬਨ 2.25 ਲੱਖ ਵੋਟਾਂ ਉਸ ਦੇ ਲਈ ਕਾਸਟ ਹੋਈਆਂ ਸੀਗੀਆਂ। ਇਸ ਦੇ ਵਿੱਚ ਜਿਹੜੀ ਰਿਪਰੈਜ਼ੈਂਟੇਟਿਵ ਹੈ ਨਾ ਆਸ਼ੂ ਵਾਲੀ ਸੀਟ ਖਾਲੀ ਹੋਈ ਸੀ, ਉਸ ਨੂੰ ਲੈ ਕੇ ਆ। ਪਹਿਲੇ ਟੌਪ ਸਪੌਟ ਦੇ ਉੱਤੇ ਤਾਂ ਜਿਹੜੇ ਸਾਬਕਾ ਸੈਨ ਹੋਜ਼ੇ ਦੇ ਮੇਅਰ ਸੈਮ ਲਕਾਡੋ ਰਹੇ ਆ। ਦੂਜੇ ਪਾਸੇ ਜਿਹੜੇ 2 ਹੋਰ ਡੈਮੋਕ੍ਰੇਟ ਆ,
ਜਿਨ੍ਹਾਂ 'ਚ ਅਸੈਂਬਲੀ ਮੈਂਬਰ ਈਵਾਨ ਲੋ ਤੇ ਸੈਂਟਾ ਕਲਾਰਾ ਕਾਉਂਟੀ ਦੀ ਸੁਪਰਵਾਈਜ਼ਰ ਜੋ ਸਮਿਟਨ, ਉਹ 30,000 ਤੇ 249 ਵੋਟਾਂ ਦੇ ਨਾਲ ਦੋਨੋਂ ਬਰਾਬਰ ਦੇ ਉੱਤੇ ਡੈਡ ਲੋਕ ਦੇ ਉੱਤੇ ਬਣੇ ਪਏ ਆ। ਤੇ ਕਹਿੰਦੇ ਵੀ ਇਸ ਵਾਰ ਜਿਹੜੀਆਂ ਨਵੰਬਰ ਦੀਆਂ ਇਲੈਕਸ਼ਨਸ ਦੇ ਵਿੱਚ 2 ਦੀ ਥਾਂ ਤੇ 3 ਜਿਹੜੇ ਕੈਂਡੀਡੇਟ ਆ ਉਹ ਹੋ ਸਕਦੇ ਆ, ਕਿਉਂਕਿ ਜਿਹੜੇ ਟੌਪ 2 ਇਲੈਕਸ਼ਨ ਸਿਸਟਮ ਦੇ ਵਿੱਚ ਇਹ ਪਹਿਲੀ ਵਾਰੀ ਦੇਖਿਆ ਗਿਆ ਆ ਵੀ ਦੂਜੀ ਪੋਜੀਸ਼ਨ ਦੇ ਲਈ ਜਿਹੜਾ ਆ 2 ਜਾਣੇ ਸੇਮ ਜਿਹੜੀਆਂ ਵੋਟਾਂ ਲੈ ਕੇ ਬਰਕਰਾਰ ਜਿਹੜੇ ਉਹ ਬਰਾਬਰ ਆ। ਸੈਕਟਰੀ ਆਫ ਸਟੇਟ ਜਿਹੜੇ ਸ਼ਰਲੀ ਵੈਬਰ ਆ ਜੋ ਇਲੈਕਸ਼ਨਸ ਨੂੰ ਓਵਰਸੀ ਕਰਦੇ ਆ, ਉਹਨਾਂ ਦੇ ਕੋਲ 12 ਅਪ੍ਰੈਲ ਤੱਕ ਦਾ ਵਕਤ ਹੈਗਾ ਆ ਇਲੈਕਸ਼ਨਸ ਦੇ ਇਹਨਾਂ ਨਤੀਜਿਆਂ ਨੂੰ ਸਰਟੀਫਾਈ ਜਿਹੜਾ ਉਹ ਕਰਨ ਦੇ ਲਈ। ਸੋ 3 ਡੈਮੋਕ੍ਰੇਟਸ ਪੋਟੈਂਸ਼ੀਅਲੀ ਕਹਿੰਦੇ ਨਵੰਬਰ ਦੀ ਇਸ ਇਲੈਕਸ਼ਨ ਦੇ ਵਿੱਚ ਕੰਟੈਸਟ ਜਿਹੜਾ ਉਹ ਹੋਣ ਜਾ ਰਿਹਾ ਆ। ਉਹ ਤਾਂ ਜਿਹੜਾ ਹਾਊਸ ਆ ਬਹੁਤ ਨੈਰੋਲੀ ਡਿਵਾਈਡਡ ਹੈਗਾ ਆ। ਇਹਨਾਂ ਦੀ ਜਿਹੜੀ ਸੀਟ ਉਹ ਤਾਂ ਚਲੋ ਡੈਮੋਕ੍ਰੇਟਾਂ ਦੇ ਕੋਲ ਹੀ ਜਾਣੀ ਹੈ, ਕਿਉਂਕਿ ਤਿੰਨੋਂ ਦੇ ਤਿੰਨੋਂ ਹੀ ਡੈਮੋਕ੍ਰੇਟ ਆ, ਪਰ ਇਹ ਪਹਿਲੀ ਵਾਰੀ ਜਿਹੜੀ ਉਹ ਹੋਣ ਜਾ ਰਿਹਾ ਆ। ਸੋ ਕਹਿੰਦੇ ਵੀ ਇਹ ਸਪੈਸ਼ਲ ਟਾਈ ਡੇ ਜਿਹੜਾ ਇਸ ਟਾਈਮ ਦੇਖਿਆ ਜਾ ਰਿਹਾ ਆ। ਸੋ ਇਹ ਇੱਕ ਲੈਸਨ ਹੈਗਾ। ਬਹੁਤ ਵਾਰ ਆਪਾਂ ਜਦੋਂ ਕਹਿੰਦੇ ਆ ਨਾ ਵੀ ਵੋਟ ਪਾਓ, ਉਹ ਕਹਿੰਦਾ ਯਾਰ ਮੇਰੀ ਇੱਕ ਵੋਟ ਨਾਲ ਕੀ ਫਰਕ ਪੈਣਾ। ਹੁਣ ਤੁਸੀਂ ਦੇਖੋ ਵੀ 2 ਕੈਂਡੀਡੇਟ ਆ, ਦੋਨਾਂ ਦੀਆਂ ਐਗਜ਼ੈਕਟ ਸੇਮ ਵੋਟਾਂ ਆ 30,249 ਇੱਕ ਦੀਆਂ, ਦੂਜੇ ਦੀਆਂ 30,249। ਸੋ ਇੱਕ ਵੋਟ ਦਾ ਵੀ ਜੇ ਫਰਕ ਹੁੰਦਾ ਤੇ ਹੁਣ ਜੇ ਤੀਜਾ ਕੈਂਡੀਡੇਟ ਆ ਜਾਂਦਾ ਵਿੱਚ, ਸੋ ਤਿੰਨਾਂ ਕੈਂਡੀਡੇਟ ਫਿਰ ਕਾਫੀ ਜ਼ਿਆਦਾ ਜਿਹੜੀ ਇਹ ਫਸਵੀਂ ਟੱਕਰ ਹੋਊਗੀ। ਇਹ ਬੜਾ ਹਰਜੋਤ ਸਿੰਘ ਜੀ ਦਿਲਚਸਪ ਰਹਿਣ ਵਾਲਾ ਆ, ਕਿਉਂਕਿ 50% 1+ ਵੋਟ ਜੇ ਕੋਈ ਨਾ ਲੈ ਸਕਿਆ ਨਵੰਬਰ ਦੇ ਵਿੱਚ, ਕੀ ਉਹ ਹਾਊਸ ਦੇ ਵਿੱਚ ਜਾਊਗਾ? ਇਹ ਅਨਚਾਰਟਡ ਟੈਰੀਟਰੀ ਆ। ਇਹ ਨਵੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਦੇਖਣ ਨੂੰ ਮਿਲਣਗੀਆਂ। ਹਾਂ, ਇਹ ਹੋ ਸਕਦਾ ਵੀ ਉਸ ਤੋਂ ਬਾਅਦ ਦੇ ਵਿੱਚ ਇੱਕ ਹੋਰ ਸਪੈਸ਼ਲ ਇਲੈਕਸ਼ਨ ਜਿਹੜੀ ਉਹ ਕਰਾ ਦੇਣ ਵੀ ਜਿਹੜੇ ਟੌਪ 2 ਉਹਦੇ ਵਿੱਚ ਆਏ ਤੇ ਫਿਰ ਉਹ ਅੱਗੇ ਚੱਲ ਜਾਣ। ਪ੍ਰਾਇਮਰੀ ਦੇ ਵਿੱਚ ਵੀ ਇਹੀ ਸੋਚਿਆ ਸੀ, ਪਰ ਇੱਕ ਵੀ ਵੋਟ ਵੱਧ ਘੱਟ ਨਾ ਹੋਣ ਕਰਕੇ, ਟਾਈ ਹੋਣ ਕਰਕੇ ਇਹ ਸਾਰਾ ਕੁਝ ਇੱਥੇ ਵਾਪਰ ਰਿਹਾ ਹੈ। ਸੋ ਬਿਲਕੁਲ ਇਹ ਬਹੁਤ ਸਿੱਖਣਯੋਗ ਗੱਲ ਆ ਵੀ ਭਾਈ ਵੋਟ ਜਿਹੜੀ ਉਹ ਜ਼ਰੂਰ ਪਾਇਆ ਕਰੋ। ਪਤਾ ਨਹੀਂ ਆ ਕਿਹਦੀ ਬਾਜੀ ਜਿਹੜੀ ਆ ਉਹ ਤੁਹਾਡੀ ਇੱਕ ਵੋਟ ਦੇ ਨਾਲ ਪਲਟ ਜਾਣੀ। ਜੀ ਹੁਣ ਇਹ ਤੁਸੀਂ ਦੇਖੋ ਵੀ ਜਿਹੜੀ ਇੱਕ ਵੋਟ ਆ ਉਹ ਲੱਖਾਂ ਡਾਲਰਾਂ 'ਚ ਪੈਣੀ ਹੈ। ਹਾਂ, ਟੈਕਸਪੇਅਰ ਨੂੰ ਵੀ ਤੇ ਉਹਨਾਂ ਨੂੰ ਵੀ, ਸਾਰਿਆਂ ਦੇ ਜੀ। ਅਗਲੀ ਗੱਲ ਕਰੀਏ ਤਾਂ ਅਰਜੋਤ ਸਿੰਘ ਜੀ, ਬਾਰਡਰ ਪੈਟਰੋਲ ਨੂੰ ਜੱਜ ਨੇ ਆਦੇਸ਼ ਦਿੱਤੇ ਆ ਵੀ ਕਹਿੰਦੇ ਵੀ ਜਲਦੀ ਤੋਂ ਜਲਦੀ ਜਿਹੜੇ ਮਾਈਗ੍ਰੈਂਟ ਚਿਲਡਰਨਸ ਜਿਨ੍ਹਾਂ ਨੂੰ ਉਹਨਾਂ ਨੇ ਓਪਨ ਏਅਰ ਖੁੱਲੀ ਹਵਾ ਦੀਆਂ ਸਾਈਟਸ ਦੇ ਵਿੱਚ ਕੈਲੀਫੋਰਨੀਆ 'ਚ ਰੱਖਿਆ, ਉਹਨਾਂ ਨੂੰ ਤੁਰੰਤ ਜਿਹੜੇ ਰੀਲੋਕੇਟ ਕੀਤਾ ਜਾਵੇ। ਇੱਕ ਫੈਡਰਲ ਜੱਜ ਲਾਸ ਐਂਜਲਸ ਦੇ ਵਿੱਚ ਉਹਨਾਂ ਨੇ US ਬਾਰਡਰ ਅਧਿਕਾਰੀਆਂ ਨੂੰ ਇਹ ਆਦੇਸ਼ ਜਾਰੀ ਕੀਤੇ ਆ। ਜੱਜ ਡੋਲੀ ਗੀ ਜਿਹੜੇ US ਡਿਸਟ੍ਰਿਕਟ ਕੋਰਟ ਆਫ ਸੈਂਟਰਲ ਡਿਸਟ੍ਰਿਕਟ ਆਫ ਕੈਲੀਫੋਰਨੀਆ 'ਚ ਆ, ਉਹਨਾਂ ਨੇ ਆਪਣੇ 12 ਪੇਜਾਂ ਦੇ ਇਸ ਆਦੇਸ਼ ਦੇ ਵਿੱਚ ਇਹ ਸਭ ਕੁਝ ਆਖਿਆ ਹੈਗਾ ਆ। ਸੋ ਫੈਡਰਲ ਅਫੀਸ਼ੀਅਲਸ ਆਰਗਿਊ ਕਰ ਰਹੇ ਸੀਗੇ ਵੀ ਉਹ US ਦੀ ਕਸਟਡੀ ਦੇ ਵਿੱਚ ਨਹੀਂ ਆ, ਸੋ ਇਸ ਲਈ ਉਹਨਾਂ ਦੇ ਰਾਈਟਸ ਤੇ ਪ੍ਰੋਟੈਕਸ਼ਨ ਜੋ ਮਾਈਗ੍ਰੈਂਟ ਮਾਈਨਰਸ ਨੂੰ ਮਿਲਦੇ ਆ ਉਹ ਉਸ ਦੇ ਲਈ ਐਲੀਜੀਬਲ ਨਹੀਂ ਹੈਗੇ। ਪਰ ਇੱਥੇ ਜਿਹੜੇ ਜੱਜ ਆ ਉਹਨਾਂ ਨੇ ਇਹੀ ਜਿਹੜਾ ਆਖਿਆ ਵੀ ਨਹੀਂ, ਇਹਨਾਂ ਨੂੰ ਇਹ ਜਿਹੜੀ ਸਹੂਲਤ ਆ ਉਹ ਮਿਲਣੀ ਚਾਹੀਦੀ ਹੈਗੀ ਆ। ਇਹਨਾਂ ਨੂੰ ਖੁੱਲੀ ਹਵਾ ਦੇ ਵਿੱਚ ਜਿਹੜਾ ਰੱਖਿਆ ਗਿਆ ਸੀ। ਸੋ ਹੁਣ ਕਹਿੰਦੇ ਆ ਵੀ ਉਹਨਾਂ ਦੀ ਜਾਨ ਨੂੰ ਇਹਦੇ ਨਾਲ ਖਤਰਾ ਜਾਂ ਸਿਹਤ ਵਿਗੜਨ ਦਾ ਜਿਹੜਾ ਖਤਰਾ ਆ ਉਹ ਬਣ ਸਕਦਾ ਆ। ਇਸ ਲਈ ਇਹਨੂੰ ਤੁਸੀਂ ਚਾਹੇ ਡਿਟੈਂਸ਼ਨ 'ਚ ਵੀ ਜੇ ਰੱਖਣਾ ਆ ਤਾਂ ਇਹਨਾਂ ਨੂੰ ਰੀਲੋਕੇਟ ਕੀਤਾ ਜਾਵੇ। ਜੀ, ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਚੌਥਾ ਦਿਨ ਲਗਾਤਾਰ ਆ ਜਦੋਂ ਸਟਾਕ ਮਾਰਕੀਟ ਨੂੰ ਅੱਜ ਇੱਕ ਫੇਰ ਵੱਡਾ ਝਟਕਾ ਲੱਗਾ ਹੈਗਾ। ਜੀ ਬਿਲਕੁਲ। ਤੇ ਉਸ ਦੇ ਉੱਤੇ ਜੇ ਨੰਬਰਸ ਦੇ ਵੱਲ ਵਧੀਏ ਤਾਂ ਅੱਜ ਡਾਓ ਜੋਨ ਦੇ ਵਿੱਚ ਕਾਫੀ ਵੱਡੀ ਜਿਹੜੀ ਉਹ ਗਿਰਾਵਟ ਆਈ ਆ। 530 ਪੁਆਇੰਟ ਮਾਰਕੀਟ ਜਿਹੜੀ ਉਹ ਡਿੱਗ ਕੇ 38,000 ਤੇ 597 ਤੇ ਬੰਦ ਹੋਈ ਆ। S&P 64 ਪੁਆਇੰਟ ਘਟ ਕੇ 5147 ਤੇ, ਨੈਸਡੈਕ 228 ਪੁਆਇੰਟ ਘਟ ਕੇ 16,000 ਤੇ 49 ਤੇ ਬੰਦ ਹੋਈ। ਸੋਨੇ ਦਾ ਭਾਅ 2300 ਤੇ $4 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $86 ਪ੍ਰਤੀ ਬੈਰਲ। 10 ਈਅਰ ਯੀਲਡ 4.31%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 68,680 ਤੇ ਇਥੀਰੀਅਮ 3,334 US$ ਦੇ ਬਰਾਬਰ ਚੱਲ ਰਿਹਾ ਆ। ਇੱਕ $US ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 34 ਪੈਸੇ ਰਹੇ ਆ। ਇੱਕ $US ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 2 ਪੈਸੇ। ਇੱਕ $US ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ।
ਤੇ ਇੱਕ ਵਾਰੀ ਫੇਰ ਦੱਸਦੇ ਜਾਈਏ, ਜਿੰਨੇ ਵੀ ਸਾਡੇ ਪੰਜਾਬੀ ਰੇਡੀਓ ਯੂਐਸਏ ਦੇ ਸਰੋਤੇ ਆ, ਜਿਹੜੇ 1170 AM 1170 AM ਬੇ ਏਰੀਏ ਦਾ ਜਿਹੜਾ ਸਭ ਤੋਂ ਵੱਡਾ ਸਟੇਸ਼ਨ ਹੈਗਾ 50,000 ਵਾਟ ਦਾ, ਉਸ ਨੂੰ ਸੁਣਦੇ ਆ। ਜਰੂਰ ਸਾਨੂੰ ਕਾਲ ਕਰਕੇ ਦੱਸੋ ਕਿਹੜੇ ਸ਼ਹਿਰ ਦੇ ਵਿੱਚ ਤੁਸੀਂ 1170 ਸੁਣ ਰਹੇ ਹੋ। ਅੱਜ ਪਹਿਲੇ ਰੈਫਲ ਕੱਢੇ ਗਏ ਸੀ, ਪਹਿਲੇ ਨਾਮ ਕੱਢੇ ਗਏ ਸੀ 3, ਹੁਣ ਅਗਲੇ ਨਾਮ ਨੈਕਸਟ ਵੀਰਵਾਰ ਨੂੰ ਕੱਢੇ ਜਾਣਗੇ। ਤੇ ਤੁਸੀਂ 408 272 5200 ਤੇ ਕਾਲ ਕਰਕੇ ਦੱਸ ਸਕਦੇ ਹੋ। 4082725200 ਜਿਨ੍ਹਾਂ ਦੇ ਪਹਿਲਾਂ ਨਹੀਂ ਨਿਕਲੇ ਨਾਮ, ਫਿਰ ਅਸੀਂ ਗ੍ਰੈਂਡ ਜਿਹੜਾ ਪ੍ਰਾਈਜ਼ ਆ ਉਹ ਵੀ ਕੱਢਣਾ ਹੈਗਾ ਆ ਕੁਝ ਮਹੀਨਿਆਂ ਦੇ ਵਿੱਚ। ਹਜੇ ਕੁਝ ਹਫ਼ਤੇ ਆਪਾਂ 1170 ਤੇ ਜ਼ੋਰ ਲਾ ਰਹੇ ਹਾਂ, ਫਿਰ ਹੌਲੀ ਜਿਹੜੇ ਸਾਡੇ ਹੋਰ ਸਟੇਸ਼ਨਸ ਹੈਗੇ ਆ ਤੁਹਾਡੇ ਏਰੀਏ ਦੇ, ਉਹਨਾਂ ਦਾ ਵੀ ਬਾਰ-ਬਾਰ ਕਰਾਂਗੇ। ਸੋ ਕਾਰਨ ਇਹੀ ਆ ਵੀ ਜਿਹੜੇ ਆਪਣੇ ਪਰਿਵਾਰਕ ਮੈਂਬਰ ਆ ਉਹਨਾਂ ਨੂੰ ਵੱਧ ਤੋਂ ਵੱਧ ਵਧਾਈਏ, ਉਹਨਾਂ ਨਾਲ ਗੱਲਬਾਤ ਕਰੀਏ, ਤਾਂ ਕਿ ਜਿਹੜਾ ਆ ਤੁਹਾਡਾ ਜਿਹੜਾ ਆਪਣਾ ਮਨਪਸੰਦ ਰੇਡੀਓ ਆ ਉਹ ਵੀ ਬੁਲੰਦੀਆਂ ਤੇ ਜਾਓ, ਤੇ ਨਾਲ ਤੁਸੀਂ ਵੀ ਜਿਹੜੇ ਸਾਨੂੰ ਕੋਈ ਸੁਜੈਸ਼ਨ ਆ ਉਹ ਦਿੰਦੇ ਰਹੋ। ਤੇ ਦੂਸਰਾ, ਇਸ ਵੀਕਐਂਡ ਦੇ ਦੌਰਾਨ ਕਾਫੀ ਪ੍ਰੋਗਰਾਮ ਆ। ਵਾਸ਼ਿੰਗਟਨ ਡੀਸੀ ਵਾਲਾ ਤੁਸੀਂ ਦੱਸ ਦਿਓ ਜੀ। ਵਾਸ਼ਿੰਗਟਨ ਡੀਸੀ ਜੀ ਨੂੰ ਸ਼ਨੀਚਰਵਾਰ ਨੂੰ ਕਨਸਟੀਟਿਊਸ਼ਨ ਬੁਲੇਵਾਰਡ ਜਿਹੜੀ ਉੱਥੇ ਮੇਨ ਹੈਗਾ, ਜਿੱਥੇ ਕੈਪੀਟਲ ਬਿਲਡਿੰਗ ਆ, ਉੱਥੇ ਸਿੱਖ ਪਰੇਡ ਕੀਤੀ ਜਾ ਰਹੀ ਆ। ਸੋ ਇਹ 7ਵੀਂ 8ਵੀਂ ਉੱਥੇ ਸਿੱਖ ਪਰੇਡ ਜਿਹੜੀ ਉੱਥੇ ਹੋਣ ਜਾ ਰਹੀ ਆ ਹਰ ਸਾਲ ਦੀ ਤਰ੍ਹਾਂ, ਤੇ ਉੱਥੇ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਮੌਜੂਦ ਹੋਊਗੀ। ਉੱਥੇ ਦੀ ਜਿਹੜੀ ਕਵਰੇਜ ਆ ਉਹ ਤੁਹਾਡੇ ਲਈ ਆਪਾਂ ਪੇਸ਼ ਕਰਾਂਗੇ। ਸੋ ਉੱਥੇ ਜਿਹੜੇ ਵੀ ਪੰਜਾਬੀ ਰੇਡੀਓ ਯੂਐਸਏ ਦੇ ਚਾਹਣ ਵਾਲੇ ਆ, ਜੋ ਆ ਕੇ ਮਿਲਣਾ ਵੀ ਚਾਹੁੰਦੇ ਆ, ਤਾਂ ਉੱਥੇ ਮਿਲ ਸਕਦੇ ਆ। ਤੇ ਬਾਕੀ ਵੱਧ ਤੋਂ ਵੱਧ ਤੁਸੀਂ ਪਰੇਡ ਦੇ ਵਿੱਚ ਜਿਹੜੀਆਂ ਵੀ ਉਹ ਟਰਾਈ ਸਟੇਟ ਆ, ਹੋਰ ਜਿੰਨੇ ਵੀ ਆਲੇ ਦੁਆਲੇ ਬਾਕੀ ਸਟੇਟਸ ਆ, ਉੱਥੋਂ ਤੁਸੀਂ ਲੋਕ ਆਉਂਦੇ ਆ ਵਾਸ਼ਿੰਗਟਨ ਡੀਸੀ ਦੇ ਵਿੱਚ। ਲਿੰਕਨ ਮੈਮੋਰੀਅਲ ਜਿੱਥੇ ਹੈਗਾ ਆ, ਜਿੱਥੇ ਜਿਹੜੇ ਮਾਰਟਿਨ ਲੂਥਰ ਕਿੰਗ ਜੂਨੀਅਰ ਨੇ ਕਿਹਾ ਸੀ ਆਈ ਹੈਵ ਏ ਡ੍ਰੀਮ, ਉਹੀ ਸਟਰੀਟਸ ਦੇ ਉੱਤੇ ਇਹ ਜਿਹੜੀ ਸਿੱਖ ਪਰੇਡ ਆ ਉਹ ਹੋਣ ਜਾ ਰਹੀ ਹੈਗੀ ਆ। ਸੋ ਜ਼ਰੂਰ ਸਾਰੇ ਜਾਣੇ ਉੱਥੇ ਹੁਮ ਹੁਮਾ ਕੇ ਤੁਸੀਂ ਪਹੁੰਚੋ। ਤੇ ਬਾਕੀ ਉਸ ਅਗਲੇ ਵੀਕ ਦੇ ਲੱਕੀ ਡਰਾਅ 'ਚ ਹਿੱਸਾ ਲੈਣ ਦੇ ਲਈ ਉਹ ਤੁਸੀਂ ਕਾਲ ਕਰ ਸਕਦੇ ਆ 408 272 5200 ਦੇ ਉੱਤੇ 4082725200। ਬਾਕੀ ਵੀਕਐਂਡ ਦੇ ਉੱਤੇ ਟ੍ਰੇਸੀ ਦੇ ਵਿੱਚ ਖੇਡਾਂ ਤੇ ਨਾਲ ਨਗਰ ਕੀਰਤਨ ਹੋਣ ਜਾ ਰਿਹਾ ਆ। 6 ਤਰੀਕ ਨੂੰ ਉੱਥੇ ਖੇਡਾਂ ਹੋਣੀਆਂ ਆ, ਜਿਹੜਾ ਗੁਰਦੁਆਰਾ ਸਾਹਿਬ ਦਮਦਮੀ ਟਕਸਾਲ ਵਾਲਾ ਟ੍ਰੇਸੀ ਦੇ ਵਿੱਚ, ਤੇ ਨਾਲ 7 ਤਰੀਕ ਨੂੰ ਫਿਰ ਉੱਥੇ ਨਗਰ ਕੀਰਤਨ ਆ। ਸੋ 7 ਤਰੀਕ ਨੂੰ ਨਾਲ ਹੀ ਜਿਹੜਾ ਆਪਾਂ ਦੇਖਿਆ ਵੀ ਇੱਥੇ ਦਮਦਮੀ ਟਕਸਾਲ ਫਰੈਜ਼ਨੋ ਵਾਲੇ ਇੱਥੇ ਕੁਝ ਖੇਡਾਂ ਜਿਹੜੀਆਂ ਹੋਣੀਆਂ ਆ, ਤੇ ਨਾਲ ਗਦਰੀ ਬਾਬਿਆਂ ਦਾ ਇੱਕ ਜਿਹੜਾ ਮੇਲਾ ਆ ਉਹ ਹੋਣਾ ਆ। ਸੋ ਸਾਰੇ ਥਾਵਾਂ ਤੋਂ ਤੁਹਾਨੂੰ ਕਵਰੇਜ ਪਹੁੰਚਾਉਣ ਦੀ ਜਿਹੜੀ ਉਹ ਕੋਸ਼ਿਸ਼ ਆ ਵੱਧ ਤੋਂ ਵੱਧ ਕੀਤੀ ਜਾਵੇਗੀ। ਤੇ ਬਾਕੀ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੋ ਗਾਹੇ ਬਗਾਹੇ ਹਰ ਤਰੀਕੇ ਦੇ ਨਾਲ ਪੰਜਾਬੀ ਰੇਡੀਓ ਯੂਐਸਏ ਨੂੰ ਸਪੋਰਟ। ਤੇ ਅੱਜ ਜਿਹੜਾ ਸਾਡਾ ਬੁਝਾਰਤਾਂ ਵਾਲਾ ਪ੍ਰੋਗਰਾਮ ਆ ਉਹ ਨਹੀਂ ਹੋਊਗਾ, ਕਿਉਂਕਿ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਦਮਦਮੀ ਟਕਸਾਲ ਟ੍ਰੇਸੀ ਵਿਖੇ ਕਾਫੀ ਵਧੀਆ ਕੀਰਤਨੀ ਜਥੇ ਤੇ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਹੁਣੀ ਆਏ ਹੋਏ ਆ। ਸੋ ਕਈ ਵਾਰੀ ਸਾਡਾ ਦਿਲ ਨਹੀਂ ਕਰਦਾ ਹੁੰਦਾ ਵੀ ਕੱਟ ਕਰੀਏ, ਪ੍ਰੋਗਰਾਮ ਹੁੰਦੇ ਆ, ਇਸ ਕਰਕੇ ਅਸੀਂ ਆ 2 ਦਿਨ ਅੱਜ ਜਿਹੜਾ ਵੀਰਵਾਰ ਤੇ ਸ਼ੁੱਕਰਵਾਰ ਤੇ ਸ਼ਨੀਚਰਵਾਰ ਤਾਂ ਐਡਜਸਟ ਅਸੀਂ ਕਰ ਸਕਦੇ ਹਾਂ। ਸੋ ਉਹ ਜਿਹੜਾ ਗੁਰਬਾਣੀ ਦਾ ਪ੍ਰੋਗਰਾਮ ਆ ਉਹ ਹੁਣ ਸਾਡੀਆਂ ਖਬਰਾਂ ਤੋਂ ਬਾਅਦ ਰਹਿਰਾ ਸਾਹਿਬ, ਉਸ ਤੋਂ ਬਾਅਦ ਤੁਸੀਂ ਸਿੱਧਾ ਲਾਈਵ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਟ੍ਰੇਸੀ ਤੋਂ ਸਰਵਣ ਕਰੋਗੇ, ਤੇ ਕੋਸ਼ਿਸ਼ ਹੋਊਗੀ ਸਾਡਾ ਕਾਫੀ ਲੰਮਾ ਸਮਾਂ ਜਿਹੜਾ ਇਸ ਨੂੰ ਕਵਰ ਕੀਤਾ ਜਾ ਸਕੇ। ਤੇ ਤੁਸੀਂ ਸਾਡੇ ਸਾਰੇ ਹੀ ਜਿਹੜੇ ਰੇਡੀਓ ਸਟੇਸ਼ਨ ਦੇ ਵੱਖ-ਵੱਖ ਚੈਨਲਸ ਆ, ਉਹਨਾਂ ਦੇ ਉੱਤੇ ਇੰਟਰਨੈਟ ਦੇ ਉੱਤੇ ਗੁਰਦੁਆਰਾ ਸਾਹਿਬ ਪੰਜਾਬੀ ਰੇਡੀਓ ਯੂਐਸਏ ਦਾ ਵੈਬਸਾਈਟ ਆ ਉਹਦੇ ਉੱਤੇ ਸੁਣ ਸਕਦੇ ਆ। ਜਿਹੜੇ ਆਪਣੇ ਸਰੋਤੇ ਟ੍ਰੇਸੀ, ਮਨਟੀਕਾ, ਲੈਥਰੋਪ ਉਸ ਏਰੀਏ 'ਚ ਰਹਿੰਦੇ ਆ, ਉਹ 920 AM 920 AM ਤੇ 107.1 FM ਦੇ ਉੱਤੇ ਸੁਣ ਸਕਦੇ ਹੈਗੇ ਆ। ਸਟਾਕਟਨ ਵਾਲੇ 1570 AM ਦੇ ਉੱਤੇ ਸੁਣ ਸਕਦੇ ਹੈਗੇ ਜੀ। ਹੁਣ ਲੈਣੇ ਇਜਾਜ਼ਤ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।